ਸਤਿ ਸ਼੍ਰੀ ਅਕਾਲ ਦੋਸਤੋ। ਭਾਗ 6 ਵਿੱਚ ਅਸੀਂ ਪੜ੍ਹਿਆ ਕਿ ਬਲਰਾਜ ਸਾਹਨੀ ਹੁਣੀ ਕੋਤਵਾਲੀ ਜਾਂਦੇ ਨੇ, ਜਿੱਥੇ ਉਹਨਾਂ ਦੀ ਮੁਲਾਕਾਤ ਇੱਕ ਬੜੇ ਹੀ ਸੋਹਣੇ ਸ਼ੈਲਬਾਕੇ ਨੌਜਵਾਨ ਨਾਲ ਹੁੰਦੀ ਹੈ, ਜਿਸ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਸਾਰਾ ਖਾਨਦਾਨ ਹੀ ਪੁਲਿਸ ਵਿੱਚ ਰਿਹਾ ਹੋਵੇਗਾ ਜਾਂ ਫਿਰ ਫੌਜ ਵਿੱਚ। ਉੱਥੇ ਨਾਲ ਹੀ ਕੁਝ ਹੋਰ ਵੀ ਸਿਪਾਹੀ ਮੌਜੂਦ ਹਨ ਜੋ ਬਲਰਾਜ ਸਾਹਨੀ ਹੋਣਾ 'ਤੇ ਤੰਜ਼ ਕੱਸਦੇ ਨੇ, ਉਹਨਾਂ ਨੂੰ ਨਕਲੀਏ ਭਾਂਡਾ ਕੇ ਸੱਦਦੇ ਨੇ। ਪਰ ਉਹ ਮੁੰਡਾ ਕਹਿੰਦਾ ਹੈ ਕਿ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ ਅਤੇ ਇਹਨਾਂ ਦਾ ਕੰਮ ਕਰ ਛੱਡੋ। ਫਿਰ ਅੱਗੇ ਬਲਰਾਜ ਸਾਹਨੀ ਹੋਣੀ ਇੱਕ ਜੈਲ ਘਰ ਵਿੱਚ ਜਾਂਦੇ ਨੇ, ਜਿੱਥੇ ਰਹਿਣ ਲਈ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਮਜਬੂਰ ਕੀਤਾ ਹੋਇਆ ਹੈ। ਉੱਥੇ ਉਹਨਾਂ ਨੂੰ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ, ਰਾਤ ਬੜੀ ਬੇਆਰਾਮੀ ਦੀ ਲੰਘਦੀ ਹੈ ਅਤੇ ਸੁਬਾਹ ਜਦੋਂ ਅੱਖ ਲੱਗਦੀ ਹੈ ਤਾਂ ਅਖਬਾਰਾਂ ਵਾਲੇ ਆ ਜਾਂਦੇ ਹਨ। ਅਖਬਾਰਾਂ ਵਾਲਿਆਂ ਦੇ ਹੋਕਿਆਂ ਨਾਲ ਉਹ ਫਿਰ ਉੱਠ ਜਾਂਦੇ ਹਨ ਅਤੇ ਉਹ ਕਿਸ ਤਰ੍ਹਾਂ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਅਖਬਾਰਾਂ ਨੂੰ ਵੇਚਣ ਦਾ ਢੰਗ ਹੈ ਉਹ ਕਿੱਦਾਂ ਦਾ ਹੈ। ਬੜੇ ਹੀ ਪਿਆਰੀ ਬੋਲੀ ਬੋਲਦੇ ਹਨ ਅਤੇ ਮਨਾ ਕਰਨ ਦੇ ਬਾਵਜੂਦ ਵੀ ਤੁਹਾਨੂੰ ਅਖਬਾਰ ਦੇ ਹੀ ਜਾਂਦੇ ਹਨ। ਫਿਰ ਜਦੋਂ ਰਤਾ ਅੱਖ ਲੱਗਦੀ ਹੈ, ਸੋਚਦੇ ਹਨ ਸੁਬਾਹ ਕਿਹੜਾ ਕੋਈ ਕੰਮ ਹੈ, ਤਾਂ ਉਦੋਂ ਨੂੰ ਫਿਰ ਬਾਹਰ ਖੜਕਦਾ ਹੈ। ਜਦ ਬਾਹਰ ਖੋਲ੍ਹਦੇ ਨੇ ਤਾਂ ਸਾਹਮਣੇ ਬਿਲਾਲ ਜ਼ੁਬੈਰੀ ਖੜਾ ਹੁੰਦਾ ਹੈ। ਉਸ ਪੱਤਰਕਾਰ ਨਾਲ ਮੁਲਾਕਾਤ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ। ਬਿਲਾਲ ਜ਼ੁਬੈਰੀ 'ਤੇ ਪਹਿਲਾਂ ਤਾਂ ਬਲਰਾਜ ਸਾਹਨੀ ਹੋਣੀ ਯਕੀਨ ਨਹੀਂ ਕਰਦੇ, ਫਿਰ ਹੌਲੀ ਹੌਲੀ ਉਹਨਾਂ 'ਤੇ ਯਕੀਨ ਕਰਨ ਲੱਗਦੇ ਹਨ। ਫਿਰ ਉਹਨਾਂ ਦਾ ਯਕੀਨ ਹੌਲੀ ਹੌਲੀ ਚੰਗੀ ਦੋਸਤੀ ਵਿੱਚ ਬਦਲ ਜਾਂਦਾ ਹੈ। ਫਿਰ ਅੱਗੇ ਅਸੀਂ ਪੜ੍ਹਿਆ ਕਿ ਬਲਰਾਜ ਸਾਹਨੀ ਹੋਣੀ ਤਕਰੀਬਨ ਉਹਨਾਂ ਨਾਲ ਹੀ ਸਫ਼ਰ ਕਰ ਰਹੇ ਹਨ ਅਤੇ ਫਿਰ ਅੱਗੇ ਬਲਰਾਜ ਸਾਹਨੀ ਹੋਣਾ ਦੀ ਮੁਲਾਕਾਤ ਸ਼ੇਰੀ ਸਾਹਿਬ ਨਾਲ ਹੁੰਦੀ ਹੈ। ਸ਼ੇਰੀ ਸਾਹਿਬ ਜਿਨ੍ਹਾਂ ਦੀ ਧਰਮ ਪਤਨੀ ਕਾਫੀ ਚਿਰ ਤੋਂ ਬਿਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਉਸ ਦਾ ਆਪਰੇਟ ਹੋਣਾ ਹੈ। ਉਸ ਦਾ ਆਪਰੇਟ ਉਹ ਸ਼ਹਿਰੋਂ ਕਰਾਉਣਾ ਚਾਹੁੰਦੇ ਹਨ, ਪਰ ਮਜਬੂਰੀ ਬਸ ਉਹਨਾਂ ਨੂੰ ਝੰਗ ਤੋਂ ਕਰਾਉਣਾ ਪੈਂਦਾ ਹੈ। ਝੰਗ ਵਿੱਚ ਡਾਕਟਰਾਂ ਨੇ ਇੱਕ ਬਹੁਤ ਸੋਹਣਾ ਸਿਸਟਮ ਬਣਾਇਆ ਹੋਇਆ ਹੈ। ਸਿਸਟਮ ਵਿੱਚ ਕੀ ਹੈ, ਇੱਕ ਡਾਕਟਰ ਚੀਰ-ਫਾੜ ਕਰਦਾ ਹੈ, ਇੱਕ ਡਾਕਟਰ ਆਪਰੇਟ ਕਰਦਾ ਹੈ, ਇੱਕ ਡਾਕਟਰ ਸਿਉਂਦਾ ਹੈ ਅਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਕਾਫੀ ਜਾਨਾਂ ਬਚਾਈਆਂ ਹਨ। ਸ਼ੇਰੀ ਸਾਹਿਬ ਇਸ ਸਿਸਟਮ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਬਿਲਾਲ ਜ਼ੁਬੈਰੀ ਨੂੰ ਇਹਨਾਂ ਉੱਪਰ ਕੋਈ ਨਾ ਕੋਈ ਆਰਟੀਕਲ ਲਿਖਣ ਲਈ ਕਹਿੰਦੇ ਹਨ। ਬਿਲਾਲ ਜ਼ੁਬੈਰੀ ਕਹਿੰਦੇ ਹਨ ਕਿ ਉਹ ਉਹਨਾਂ ਤੱਕ ਪਹਿਲਾਂ ਹੀ ਪਹੁੰਚ ਕਰ ਚੁੱਕੇ ਹਨ, ਪਰ ਉਹ ਅਜਿਹਾ ਨਹੀਂ ਕਰਨ ਦਿੰਦੇ। ਉਹ ਕਹਿੰਦੇ ਹਨ ਕਿ ਇੱਦਾਂ ਕਰਨ ਨਾਲ ਉਹਨਾਂ ਨੂੰ ਪ੍ਰਮੋਸ਼ਨ ਮਿਲ ਜਾਏਗੀ ਅਤੇ ਉਹਨਾਂ ਦਾ ਡੇਰਾ ਝੰਗ ਵਿੱਚੋਂ ਪੱਟਿਆ ਜਾਏਗਾ ਅਤੇ ਉਹਨਾਂ ਦਾ ਸਿਸਟਮ ਖਿਲਰ ਜਾਏਗਾ। ਫਿਰ ਲੋਕਾਂ ਦੀ ਉਹ ਇਸ ਤਰ੍ਹਾਂ ਨਾਲ ਸਹਾਇਤਾ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਨਿਰਸਵਾਰਥ ਕੰਮ ਨੂੰ ਦੇਖ ਕੇ ਬਲਰਾਜ ਸਾਹਨੀ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਅੱਗੋਂ ਅਸੀਂ ਅੱਜ ਭਾਗ 7 ਪੜ੍ਹਾਂਗੇ। ਗੌਰ ਫਰਮਾਉਣਾ। ਭਾਗ 7। ਰੋਟੀ ਖਾ ਕੇ ਅਸੀਂ ਬੈਠਕ ਵਿੱਚ ਆ ਬੈਠੇ। ਖੁੱਲ੍ਹੇ ਦਰਵਾਜ਼ੇ ਦੀ ਚਿੱਕ ਵਿੱਚੋਂ ਬਾਹਰ ਇੱਕ 12 ਕੁ ਵਰ੍ਹਿਆਂ ਦੀ ਬਾਲੜੀ ਨੂੰ ਗਲੀ ਦਾ ਗੰਦਮੰਦ ਸਾਫ਼ ਕਰਦਿਆਂ ਵੇਖਿਆ। ਸ਼ਾਇਦ ਕਿਸੇ ਹੋਰ ਥਾਂ ਅਤੇ ਕਿਸੇ ਹੋਰ ਵੇਲੇ ਇਸ ਦ੍ਰਿਸ਼ ਨੂੰ ਵੇਖ ਕੇ ਮੇਰੇ ਅੰਦਰ ਗਮ ਤੇ ਗੁੱਸੇ ਦੀ ਭਾਵਨਾ ਜਾਗਦੀ, ਪਰ ਇਸ ਵੇਲੇ ਹੋਰ ਹੀ ਪ੍ਰਤੀਕਰਮ ਹੋਇਆ। ਮੈਨੂੰ ਇੰਜ ਭਾਸਿਆ ਜਿਵੇਂ ਮੈਂ ਪਿੰਡੀ ਵਿੱਚ ਆਪਣੇ ਸ਼ਾਸ਼ੀ ਮਹੱਲੇ ਬੈਠਾ ਹੋਇਆ, ਪੁਰਾਣੀਆਂ ਯਾਦਾਂ ਤੇ ਸ਼ੋਹਾਂ ਭਰੇ ਕਿਸੇ ਡੱਬੇ ਦਾ ਜਿਵੇਂ ਢੱਕਣ ਖੁੱਲ੍ਹ ਗਿਆ। 2 ਕੁ ਸਾਲ ਹੋਏ ਮੋਗੇ ਵੀ ਮੇਰੇ ਨਾਲ ਇੰਝ ਹੀ ਹੋਇਆ ਸੀ। ਜਸਵੰਤ ਸਿੰਘ ਕੰਵਲ ਮੈਨੂੰ ਆਪਣੇ ਇੱਕ ਸਾਹਿਤਕ ਮਿੱਤਰ ਦੇ ਘਰ ਲੈ ਗਿਆ। ਅੰਦਰ ਵੜਦਿਆਂ ਸਾਰ ਮੈਨੂੰ ਡਿਊਟੀ ਹੂਬਹੂ ਆਪਣੇ ਪਿੰਡੀ ਵਾਲੇ ਮਕਾਨ ਦੀ ਡਿਊਟੀ ਵਾਂਗਰ ਜਾਪੀ। ਉੱਪਰ ਜਾਂਦੀਆਂ ਪੌੜੀਆਂ ਵੀ ਹੂਬਹੂ ਸਾਡੀਆਂ ਪੌੜੀਆਂ ਵਾਂਗ ਸਨ। ਉੱਪਰ ਪੁੱਜੇ ਤਾਂ ਮਮਟੀ ਵਿੱਚ ਗੰਦਮੰਦ ਸੁੱਟਣ ਲਈ ਜਿਵੇਂ ਸਾਡਾ ਹੀ ਕਨਸਤਰ ਪਿਆ ਹੋਇਆ ਹੋਵੇ। ਵਿਹੜੇ ਦੀਆਂ ਮੀਂਹ ਵਿੱਚ ਧੁੱਪ ਦੀਆਂ ਚੌੜੀਆਂ ਇੱਟਾਂ ਦੀ ਚਿਲਕਦੀ ਸੁਰਖੀ ਵੀ ਉਹ ਉਸੇ ਤਰ੍ਹਾਂ ਦਾ ਲੋਹੇ ਦੀਆਂ ਸੀਖਾਂ ਵਾਲਾ ਮੱਗ। ਪਿਛਲੀ ਕੰਧ ਦੇ ਐਨ ਵਿਚਕਾਰ ਦਿਖਾਵਟੀ ਜੀ ਅੰਗੀਠੀ ਵੀ ਮੌਜੂਦ ਸੀ, ਜਿਸ ਉੱਪਰ ਨਿੱਕ ਸੁੱਕ ਜਿਵੇਂ ਸਾਡੇ ਘਰੋਂ ਹੀ ਲਿਆ ਕੇ ਰੱਖਿਆ ਗਿਆ ਸੀ, ਅਤੇ ਉੱਪਰ ਸਵਾਮੀ ਦਇਆਨੰਦ ਜੀ ਦੀ ਤਸਵੀਰ ਜਿਵੇਂ ਸਾਡੇ ਘਰ ਸੀ। ਹੋਰ ਉੱਤੇ ਸਾਡੇ ਘਰ ਵਾਂਗਰ ਹੀ ਕੜੀਆਂ ਵਾਲੀ ਛੱਤ, ਜਿਸ ਦੀਆਂ ਇੱਟਾਂ ਉੱਪਰ ਸਫੇਦੀ ਵਾਲਿਆਂ ਦੀਆਂ ਪਾਈਆਂ ਚੂਨੇ ਦੀਆਂ ਛਿੱਟਾਂ, ਜਿਨ੍ਹਾਂ ਵਿੱਚ ਮੈਨੂੰ ਨਿੱਕਿਆਂ ਹੁੰਦਿਆਂ ਭਾਂਤ-ਭਾਂਤ ਦੀਆਂ ਸਵਾਦਲੀਆਂ ਤਸਵੀਰਾਂ ਨਜ਼ਰ ਆਉਂਦੀਆਂ ਹੁੰਦੀਆਂ। ਅਤੇ ਫਿਰ ਜਦੋਂ ਚਾਹ ਬਣ ਕੇ ਆਈ ਤਾਂ ਉਸ ਵਿੱਚ ਨਿੱਕੀ ਇਲਾਚੀ ਅਤੇ ਦਾਲਚੀਨੀ ਦੀ ਵਾਸ਼ਨਾ। ਬਾਰਿਸ਼ ਵਾਲੇ ਦਿਨ ਮੇਰੇ ਮਾਤਾ ਜੀ ਨੂੰ ਵੀ ਇਹੋ ਜਿਹੀ ਚਾਹ ਬਣਾਉਣ ਦਾ ਸ਼ੌਕ ਸੀ, ਅਤੇ ਇਹ ਸਾਰਾ ਕੁਝ ਦੇਖ ਕੇ ਮੇਰੀਆਂ ਅੱਖਾਂ ਨੇ ਵਰਦੇ ਬੱਦਲਾਂ ਦੀ ਰੀਸ ਕਰਨ 'ਤੇ ਲੱਕ ਬੰਨ੍ਹ ਲਿਆ। ਮੇਰੀ ਬਦਨਸੀਬੀ ਵੀ ਤਾਂ ਚੌਤਰਫੀ ਹੈ ਨਾ। ਪੰਜਾਬ ਦਾ ਇੱਕ ਹਿੱਸਾ ਮੈਥੋਂ ਖੁੱਸ ਗਿਆ ਅਤੇ ਦੂਜਾ ਦੂਰ ਹੋ ਗਿਆ। ਇਸੇ ਕਰਕੇ ਜਜ਼ਬੇ ਬਹੁਤ ਛੇਤੀ ਵਹਿ ਤੁਰਦੇ ਹਨ। ਫਿਰ ਵੀ ਮੈਂ ਸੋਚਣ ਲੱਗ ਪਿਆ, ਉਹ ਕਿਹੜੇ ਆਦ੍ਰਿਸ਼ ਜੀਵਨ ਤੰਤੂ ਹਨ ਜਿਨ੍ਹਾਂ ਦੀ ਹਿਲਜੁਲ ਮੋਗੇ ਦੇ ਮਕਾਨ ਵਿੱਚ ਅਤੇ ਝੰਗ ਦੀ ਗਲੀ ਵਿੱਚ
ਰਾਵਲਪਿੰਡੀ ਦੇ ਝੌਲੇ ਲੈ ਆਉਂਦੀ ਹੈ। ਅਣਜਾਣੇ ਤੇ ਅਣਪਛਾਤੇ ਚਿਹਰਿਆਂ ਉੱਪਰ ਪਛਾਣ ਦੀਆਂ ਨਿਸ਼ਾਨੀਆਂ ਉਗੇੜ ਦਿੰਦੀ ਹੈ। ਸਭਨਾ ਪੰਜਾਬੀਆਂ ਦੇ ਸੁਭਾਅ, ਰਹਿਣ ਸਹਿਣ, ਕੰਮ ਕਾਜ ਅਤੇ ਕਰਮ ਪ੍ਰਤੀ ਕਰਮ ਵਿੱਚ ਸਮਾਨਤਾ ਦਾ ਰੌਚਕ ਰਸ ਭਰ ਦਿੰਦੀ ਹੈ। ਉਹਨਾਂ ਨੂੰ ਬਾਕੀ ਮਨੁੱਖ ਮਾਤਰ ਤੋਂ ਵਖਰਿਆਉਂਦੀ ਹੈ। ਇਹ ਖੋਜ ਕਰਨਾ ਖੌਰੇ ਕਿਤਨੀਆਂ ਵੰਨਗੀਆਂ ਦੇ ਸਾਇੰਸਦਾਨਾਂ ਅਤੇ ਸਮਾਜ ਸ਼ਾਸਤਰ ਦੇ ਮਾਹਿਰਾਂ ਦਾ ਕੰਮ ਹੈ। ਇਹਨਾਂ ਜੀਵਨ ਤੰਤੂਆਂ ਦੀਆਂ ਜੜ੍ਹਾਂ ਖੌਰੇ ਕਿਤਨੇ ਸੌ, ਕਿਤਨੇ ਹਜ਼ਾਰ, ਕਿਤਨੇ ਲੱਖ ਸਾਲ ਪੁਰਾਣੇ ਅਤੀਤ ਵਿੱਚ ਖੁੱਭੀਆਂ ਹੋਈਆਂ ਹਨ, ਜੋ ਮਰ ਕੇ ਵੀ ਨਹੀਂ ਮਰਦਾ, ਮੁੜ-ਮੁੜ ਵਰਤਮਾਨ ਅਤੇ ਭਵਿੱਖ ਵਿੱਚ ਜਿਉਂ ਉੱਠਦਾ ਹੈ। ਵੰਡ ਨੇ ਪੰਜਾਬੀਆਂ ਦੀ ਧਰਤਮਾਂ ਦੇ ਪੇਟ ਉੱਤੇ ਛੁਰੀ ਦੀ ਨੋਕ ਨਾਲ ਕੇਵਲ ਲਕੀਰ ਨਹੀਂ ਵਾਹੀ, ਉਹਨੂੰ ਬੜਾ ਡੂੰਘਾ ਚੀਰਿਆ ਹੈ। ਇਹ ਜੀਵਨ ਤੰਤੂ ਵੀ ਨਸਾਂ, ਨਾੜੀਆਂ ਅਤੇ ਮਾਸ ਦੇ ਨਾਲ-ਨਾਲ ਕੱਟ ਗਏ ਹਨ। ਹੋ ਸਕਦਾ ਹੈ ਜਿਹੜੀਆਂ ਸਮਾਨਤਾਵਾਂ ਹੁਣ ਨਜ਼ਰ ਆ ਰਹੀਆਂ ਹਨ, ਇੱਕ ਦੋ ਪੀੜ੍ਹੀ ਬਾਅਦ ਸ਼ਾਇਦ ਅਲੋਪ ਹੋ ਜਾਣ, ਜਿਵੇਂ ਕੋੜ ਕਿਰਲੀ ਦੀ ਟੁੱਟੀ ਹੋਈ ਪੂਛਲ ਚੋਖਾ ਚਿਰ ਕੁੱਦ ਕੇ ਅਖੀਰ ਠੰਡੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਵੇਲੀਆਂ ਸੋਚਣੀਆਂ ਸੋਚਦਾ ਮੈਂ ਲੱਤਾਂ ਲੰਮੀਆਂ ਕਰਕੇ ਠੌਂਕਾ ਲੈਣ ਹੀ ਲੱਗਾ, ਪਰ ਬਿਲਾਲ ਜ਼ਬੇਰੀ, ਜਿਹਨੇ ਹੁਣ ਪੂਰੀ ਤਰ੍ਹਾਂ ਮੈਨੂੰ ਆਪਣੇ ਜ਼ੇਰ ਸਾਇਆ ਲੈ ਲਿਆ ਸੀ, ਮੈਨੂੰ ਉਠਾ ਕੇ ਕਹਿਣ ਲੱਗਾ, ਝੰਗ ਵੇਖਣ ਨਹੀਂ ਜੇ ਚੱਲਣਾ? ਸੱਚੀ ਮੇਰੀਆਂ ਲੋੜਾਂ ਮੈਥੋਂ ਵਾਧੂ ਨੂੰ ਚੇਤੇ ਹੋ ਗਈਆਂ ਸਨ। ਭਲਾ ਇਤਨੀ ਕੀ ਕਾਹਲ? ਹੀਰ ਦਾ ਮਕਬਰਾ ਤਾਂ ਵੇਖ ਹੀ ਲਿਆ ਹੈ, ਝੰਗ ਵਿੱਚ ਖਾਸ ਕੀ ਧਰਿਆ ਹੈ? ਜਿਸ ਤਰ੍ਹਾਂ ਮਗਿਆਣਾ ਉਸੇ ਤਰ੍ਹਾਂ ਝੰਗ। ਫਿਰ ਕੱਲ੍ਹ ਦਾ ਸਾਰਾ ਦਿਨ ਪਿਆ ਹੈ। ਪਰ ਦੂਜੇ ਪਲ ਮੈਂ ਮਨ ਨੂੰ ਤਾੜਨਾ ਕੀਤੀ। ਸੁਬਾਹ ਸਵੇਰ ਤੋਂ ਬਿਲਾਲ ਆਪਣੇ ਸਾਰੇ ਕੰਮ ਛੱਡ ਕੇ ਮੇਰੇ ਨਾਲ ਪਿਆ ਭਟਕਦਾ ਸੀ। ਕੀ ਅਹਿਸਾਨਮੰਦੀ ਇਸ ਨੂੰ ਆਖਦੇ ਨੇ? ਆਲਸ ਭੰਨ ਕੇ ਮੈਂ ਉੱਠ ਖਲੋਤਾ। ਗਲੀ ਚੋਂ ਨਿਕਲ ਕੇ ਜਦੋਂ ਅਸੀਂ ਮੈਦਾਨ ਵਿੱਚ ਆਏ ਤਾਂ ਇੱਕ ਖਾਕੀ ਰੰਗ ਦੀ ਜੀਪ ਸਾਹਮਣੇ ਪਈ ਆਉਂਦੀ ਸੀ। ਮੇਰੀ ਛਾਤੀ ਵਿੱਚ ਫਿਰ ਘਸੁੰਨ ਵੱਜਾ। ਪੁਲਿਸ ਤਾਂ ਨਹੀਂ ਕਿਤੇ? ਹੁਣ ਕੀ ਕਸੂਰ ਹੋ ਗਿਆ ਮੈਥੋਂ? ਇੱਕ ਉੱਘੇ ਸਰਕਾਰੀ ਅਫਸਰ ਦੀ ਜੀਪ ਸੀ ਉਹ, ਵਿੱਚ ਉਹਨਾਂ ਦੇ ਫਰਜ਼ੰਦ ਅਤੇ ਇੱਕ ਮਿੱਤਰ ਮੰਡਲੀ। ਪਛਾਣ ਹੋਣ ਤੋਂ ਪਿੱਛੋਂ ਕਹਿਣ ਲੱਗੇ, ਅਸੀਂ ਤੁਹਾਡੇ ਵੱਲ ਆ ਰਹੇ ਸਾਂ, ਚਲੋ ਤੁਹਾਨੂੰ ਸੈਰ ਕਰਾ ਲਿਆਈਏ। ਬਿਲਾਲ ਸਾਹਿਬ ਤੇ ਮੈਂ ਝੰਗ ਚੱਲੇ ਸਾਂ। ਝੰਗ? ਉਹਨੇ ਹੈਰਾਨ ਹੋ ਕੇ ਮੇਰੇ ਵੱਲ ਵੇਖਿਆ। ਉੱਥੇ ਕੀ ਲੈਣਾ ਜੇ ਜਾ ਕੇ? ਲੈਣਾ ਤੇ ਕੁਝ ਨਹੀਂ, ਮੈਂ ਹੱਸ ਕੇ ਜਵਾਬ ਦਿੱਤਾ। ਛੱਡੋ ਪਰਾਂ ਝੰਗ ਨੂੰ, ਬੈਠੋ ਸਾਡੇ ਨਾਲ, ਤੁਹਾਨੂੰ ਤ੍ਰਿਮੂ ਲੈ ਚੱਲੀਏ, ਜੋ ਅਸਲ ਵੇਖਣ ਵਾਲੀ ਥਾਂ ਹੈ। ਚਨਾਹ ਅਤੇ ਜੇਹਲਮ ਦੇ ਸੰਗਮ ਨੂੰ, ਜੋ ਇੱਥੋਂ 9 ਮੀਲ ਦੇ ਫਾਸਲੇ ਉੱਤੇ ਹੈ, ਤ੍ਰਿਮੂ ਆਖਦੇ ਹਨ। ਬੜੀ ਮਸ਼ਹੂਰ ਸੈਰਗਾਹ ਹੈ। ਉੱਥੇ ਇੱਕ ਨਵਾਂ ਅਤੇ ਸ਼ਾਨਦਾਰ ਬੰਦ ਵੀ ਬਣਿਆ ਹੈ। ਪਰ ਮੇਰਾ ਵੀਜ਼ਾ ਤਾਂ ਸ਼ਹਿਰੋਂ ਬਾਹਰ ਜਾਣ ਦਾ ਨਹੀਂ। ਮੈਂ ਆਪਣੀ ਮਜਬੂਰੀ ਦਾ ਇਜ਼ਹਾਰ ਕੀਤਾ। ਉਹ ਛੱਡੋ ਜੀ ਵੀਜ਼ੇ ਨੂੰ, ਇੱਕ ਹੋਰ ਬੰਦਾ ਧੜੱਲੇ ਨਾਲ ਬੋਲਿਆ, ਇਸ ਗੱਡੀ ਨੂੰ ਕੌਣ ਰੋਕ ਸਕਦਾ? ਪਰ ਮੈਂ ਪੁਲਿਸ ਦੀ ਪ੍ਰਵਾਨਗੀ ਬਗੈਰ ਜਾਣ ਲਈ ਰਜ਼ਾਮੰਦ ਨਾ ਹੋਇਆ। ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਹੈ, ਕੀ ਪਤਾ ਫੇਰ ਕੋਈ ਬਾਤ ਦਾ ਬਤੰਗੜ ਬਣ ਖੜੋਵੇ। ਮੈਂ ਕਿਸੇ ਗਲਤ ਲਾਲਚ ਵਿੱਚ ਨਹੀਂ ਸਾ ਪੈਣਾ ਚਾਹੁੰਦਾ। ਪਰ ਚਨਾਹ ਤੇ ਜੇਹਲਮ, ਜਿਸ ਨੂੰ ਇਸ ਪਾਸੇ ਵਿਹਤ ਵੀ ਆਖਦੇ ਹਨ, ਦਾ ਸੰਗਮ ਵੇਖਣਾ ਕੋਈ ਛੋਟਾ ਮੋਟਾ ਲਾਲਚ ਨਹੀਂ ਸੀ। ਮੈਂ ਬਿਨੈ ਕੀਤੀ ਕਿ ਜੇ ਉਹ ਮੈਨੂੰ ਇਜਾਜ਼ਤ ਲੈ ਦੇਣ ਤਾਂ ਖੁਸ਼ੀ-ਖੁਸ਼ੀ ਉਹਨਾਂ ਨਾਲ ਚੱਲਾਂਗਾ, ਸਗੋਂ ਸ਼ੁਕਰਗੁਜ਼ਾਰ ਵੀ ਹੋਵਾਂਗਾ। ਮੁੰਡਿਆਂ ਨੇ ਇਸ ਗੱਲ ਦਾ ਜ਼ਿੰਮਾ ਚੁੱਕਿਆ। ਕਿਹਾ, ਡੀਸੀ ਸਾਹਿਬ ਰਾਤੀ ਸ਼ਹਿਰ ਮੁੜ ਆਉਣਗੇ, ਅਸੀਂ ਉਹਨਾਂ ਤੋਂ ਇਜਾਜ਼ਤ ਲੈ ਲਵਾਂਗੇ। ਕੱਲ੍ਹ ਸਵੇਰੇ 7 ਵਜੇ ਇਨਸ਼ਾਅੱਲਾ ਅਸੀਂ ਤੁਹਾਨੂੰ ਲੈਣ ਜਹਿਲ ਘਰ ਆ ਜਾਵਾਂਗੇ। ਤੁਸੀਂ ਤਿਆਰ ਰਹਿਣਾ, ਵੇਲਾ ਉਹ ਚੰਗਾ ਹੁੰਦਾ ਵੇਖਣ ਦਾ। ਉਹਨਾਂ ਨੂੰ ਜੀਪ ਮੋੜ ਕੇ ਰੁਖਸਤ ਹੁੰਦਿਆਂ ਵੇਖ ਬਿਲਾਲ ਦਬਵੀਂ ਜ਼ਬਾਨੇ ਬੋਲਿਆ, ਭਲਿਓ ਲੋਕੋ, ਸਾਨੂੰ ਝੰਗ ਤੋੜੀ ਤਾਂ ਛੋੜ ਆਉਂਦੇ। ਉਹੀ ਇਹ ਗੱਲ ਮੈਨੂੰ ਵੀ ਸੀ। ਸ਼ਾਇਦ ਉਹਨਾਂ ਦੇ ਅੰਦਾਜ਼ੇ ਮੂਜਬ ਵੱਡਾ ਫਿਲਮ ਸਟਾਰ ਨਹੀਂ ਹੋਇਆ। ਮੈਂ ਹੱਸ ਕੇ ਕਿਹਾ, ਨਹੀਂ ਇਹ ਗੱਲ ਨਹੀਂ, ਵਿਚਾਰੇ ਨਰਵਸ ਹੋ ਗਏ ਹੋਣਗੇ। ਬਾਜ਼ਾਰ ਪੁੱਜ ਕੇ ਬਿਲਾਲ ਨੂੰ ਖਿਆਲ ਆਇਆ ਕਿ ਇੱਕ ਵਾਰੀ ਆਪਣੇ ਦਫ਼ਤਰ ਫੇਰਾ ਮਾਰ ਲੈਣਾ ਚਾਹੀਦਾ, ਮਤੇ ਕੋਈ ਚਿੱਠੀ ਚੁੱਠੀ ਆਈ ਹੋਵੇ। ਠੀਕ ਗੱਲ ਸੀ, ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ। ਸਗੋਂ ਉਹਦੇ ਨਾਲ ਅਵਾਰਾਗਰਦੀ ਕਰਨ ਦਾ ਮੈਨੂੰ ਹੁਣ ਅਜੀਬ ਮਜ਼ਾ ਆਉਣ ਲੱਗ ਪਿਆ ਸੀ, ਜਿਵੇਂ ਮੈਂ ਬਾਹਰੋਂ ਆਇਆ ਓਪਰਾ ਆਦਮੀ ਨਹੀਂ, ਇੱਥੋਂ ਦਾ ਹੀ ਵਾਸੀ ਹੋਵਾਂ। ਸੈਲਾਨੀ ਲਈ ਇਸ ਤੋਂ ਵੱਡਾ ਸਵਾਦ ਹੋਰ ਕੋਈ ਨਹੀਂ ਹੋ ਸਕਦਾ। ਹੁਣੇ ਮੈਂ ਭੀੜੀਆਂ ਗਲੀਆਂ ਅਤੇ ਮੱਖੀਆਂ ਦੀ ਭਿੰਨ-ਭਿੰਨ ਨੂੰ ਪੜਚੋਲਵੀਆਂ ਨਜ਼ਰਾਂ ਨਾਲ ਨਹੀਂ ਸਾ ਵੇਖਦਾ। ਇੰਝ ਜਾਪਦਾ ਸੀ ਜਿਵੇਂ ਉਹ ਮੇਰੇ ਆਪਣੇ ਜੀਵਨ ਦਾ ਹਿੱਸਾ ਬਣ ਗਈਆਂ ਹੋਣ। ਬਿਲਾਲ ਦੇ ਦਫ਼ਤਰ ਦੇ ਨੇੜੇ ਇੱਕ ਗਲੀ ਵਿੱਚ ਡਾਕਖਾਨਾ ਸੀ।
ਮੇਰੇ ਖੀਸੇ ਵਿੱਚ ਅੱਧੀ ਦਰਜਨ ਰੰਗੀਨ ਪਿਕਚਰ ਪੋਸਟ ਕਾਰਡ ਪਏ ਸਨ। ਮੈਂ ਜੋ ਲਾਹੌਰ ਖੁਸ਼ਨੁਮਾ ਹਵਾਈ ਅੱਡੇ ਦੀ ਸੈਰ ਕਰਦਿਆਂ ਖਰੀਦੇ ਸਨ। ਮੈਂ ਬਿਲਾਲ ਨੂੰ ਕਿਹਾ, ਤੁਸੀਂ ਆਪਣਾ ਕੰਮ ਕਰ ਆਓ, ਮੈਂ ਇਤਨੇ ਚਿਰ ਨੂੰ ਆਪਣੇ ਅਜ਼ੀਜ਼ਾਂ ਮਿੱਤਰਾਂ ਲਈ ਇਹ ਪਿਕਚਰ ਪੋਸਟ ਕਾਰਡ ਡਾਕ ਵਿੱਚ ਪਾ ਦਿਆਂ। ਬੜੇ ਚਾਅ ਨਾਲ ਮੈਂ ਪ੍ਰੇਮ ਸੁਨੇਹੇ ਲਿਖੇ, ਟਿਕਟਾਂ ਖਰੀਦ ਕੇ ਲਾਈਆਂ, ਕੁਝ ਆਪਣੀ ਬੱਚੀ ਸਨੋਬਰ ਲਈ ਸੁਗਾਤ ਦੇ ਤੌਰ ਤੇ ਰੱਖ ਲਈਆਂ ਅਤੇ ਜਦੋਂ ਥੱਲੇ ਦੀਆਂ ਪੌੜੀਆਂ ਵਰਤਣ ਦੀ ਥਾਂ ਛਾਲ ਮਾਰ ਕੇ ਹੇਠਾਂ ਉਤਰਿਆ ਤਾਂ ਇੱਕ ਸਾਈਕਲ ਵਾਲੇ ਸੱਜਣ ਨਾਲ ਟਕਰਾ ਗਿਆ ਜੋ ਮੈਨੂੰ ਹੀ ਮਿਲਣ ਆ ਰਹੇ ਸਨ। ਅੱਜ ਮੇਰੀ ਕਿਸਮਤ ਦਾ ਸਿਤਾਰਾ ਵਾਕਈ ਬੁਲੰਦ ਸੀ। ਇਸ ਗੈਰ ਮਾਮੂਲੀ ਸ਼ਖਸੀਅਤ ਦੇ ਮਾਲਕ ਦਾ ਨਾਂ ਹੈ ਸੈਯਦ ਜ਼ਫਰ ਅਲੀ ਜ਼ਫਰ। ਉਰਦੂ ਦੇ ਮਸ਼ਹੂਰ ਮਾਰੂਫ ਸ਼ਾਇਰ ਹੋਣ ਤੋਂ ਇਲਾਵਾ ਹਿੰਦੀ ਵਿੱਚ ਵੀ ਠਾਠ-ਬਾਠ ਦੀ ਕਵਿਤਾ ਕਰਦੇ ਹਨ। ਆਪਣੇ ਬਾਰੇ ਆਖਿਆ ਹੈ, पल पल काया चोला बदले और घूमे आकाश, हीर नगर का सैयद ज़ादा बन गया तुलसीदास। ਸਾਈਕਲ ਉਹਨਾਂ ਬਿਲਾਲ ਦੇ ਦਫ਼ਤਰ ਛੱਡੀ ਅਤੇ ਤਿੰਨੋਂ ਜਣੇ ਝੌਲ ਖਾਂਦੇ ਇੱਕ ਟਾਂਗੇ ਵਿੱਚ ਬਹਿ ਕੇ ਹੀਰ ਦੀ ਨਗਰੀ ਵੱਲ ਤੁਰ ਪਏ। ਸਾਰਾ ਰਸਤਾ ਬੜੇ ਚਾਅ ਨਾਲ ਮੈਂ ਜ਼ਫਰ ਸਾਹਿਬ ਕੋਲੋਂ ਹਿੰਦੀ ਰਚਨਾਵਾਂ ਸੁਣਦਾ ਗਿਆ। ਉਹ ਅੰਜਮ ਤੱਕੀ ਸਾਹਿਬ ਦੇ ਮਿੱਤਰ ਸਨ ਅਤੇ ਸੁਣ ਚੁੱਕੇ ਸਨ ਕਿ ਮੈਂ ਹਿੰਦੀ ਦਾ ਖਾਸ ਸ਼ੌਕੀਨ ਹਾਂ। ਦਰਅਸਲ ਇਹੋ ਖਿੱਚ ਉਹਨਾਂ ਨੂੰ ਮੇਰੇ ਵੱਲ ਪ੍ਰੇਰ ਕੇ ਲਿਆਈ ਸੀ। ਸਾਡੇ ਦੇਸ਼ ਵਿੱਚ ਲੋਕਾਂ ਨੂੰ ਆਮ ਭਰਮ ਹੈ ਕਿ ਹਰ ਪਾਕਿਸਤਾਨੀ ਹਿੰਦੀ ਨੂੰ ਨਫ਼ਰਤ ਕਰਦਾ ਹੈ, ਪਰ ਇਹਨਾਂ ਦੀਆਂ ਅਤ ਚੰਗੀ ਹਿੰਦੀ ਵਿੱਚ ਲਿਖੀਆਂ ਕਵਿਤਾਵਾਂ ਪੜ੍ਹ ਕੇ ਚੋਖੀ ਹੱਦ ਤੱਕ ਇਹ ਗਲਤਫਹਿਮੀ ਦੂਰ ਹੋ ਸਕਦੀ ਹੈ। ਮਗਿਆਣੇ ਤੋਂ ਝੰਗ 2 ਮੀਲ ਦੀ ਵਾਟ ਤੇ ਹੈ, ਸਫ਼ਰ ਗੈਰ ਦਿਲਚਸਪ ਹੈ, ਖੇਤ ਢੱਕੀਆਂ ਆਦਿ ਤੋਂ ਛੁੱਟ ਕੋਈ ਦੇਖਣ ਲਾਇਕ ਚੀਜ਼ ਨਹੀਂ। ਇਸ ਲਈ ਜ਼ਫਰ ਸਾਹਿਬ ਦੀਆਂ ਕਵਿਤਾਵਾਂ ਸੁਣਦੇ ਜਾਣ ਵਿੱਚ ਸੈਲਾਨੀ ਨੁਕਤਾ ਨਿਗਾਹ ਤੋਂ ਕੋਈ ਵਿਘਨ ਨਹੀਂ ਪਿਆ। ਅਚਾਨਕ ਬਿਲਾਲ ਨੇ ਸਾਹਮਣੇ ਆਉਂਦੇ ਇੱਕ ਸਾਈਕਲ ਵਾਲੇ ਨੂੰ ਆਵਾਜ਼ ਦਿੱਤੀ, ਆ ਗਿਓ ਸੁੱਖ ਨਾਲ। ਟਾਂਗਾ ਤੇ ਸਾਈਕਲ ਦੋਵੇਂ ਨਾਲੋਂ ਨਾਲ ਹੀ ਖਲੋ ਗਏ। ਇਹ ਬੰਦਾ ਉਤਰ ਕੇ ਸਾਡੇ ਨੇੜੇ ਆਇਆ। ਸਾਰਾ ਲਿਬਾਸ ਚਿੱਟਾ ਸੀ, ਚਿੱਟੀ ਟਵਾਣਿਆਂ ਵਾਲੀ ਪੱਗ, ਗੋਡਿਆਂ ਤੀਕ ਪਹੁੰਚਦੀ ਚਿੱਟੀ ਕਮੀਜ਼ ਅਤੇ ਛਾਂ-ਛਾਂ ਕਰਦੀ ਚਿੱਟੀ ਸਲਵਾਰ। ਉਸ ਦੇ ਹੱਥ ਵਿੱਚ ਕੱਪੜੇ ਦਾ ਥੈਲਾ ਸੀ, ਕਿਸੇ ਚੀਜ਼ ਨਾਲ ਭਰਿਆ ਹੋਇਆ ਸੀ, ਸ਼ਾਇਦ ਮੂਲੀਆਂ ਸਨ, ਠੀਕ ਯਾਦ ਨਹੀਂ। ਸ਼ਕਲ ਡਾਢੀ ਕਾਲੀ, ਕਿਸੇ ਕਾਰਨ ਕੱਪੜਿਆਂ ਦੀ ਚਟਿਆਈ ਵਧੇਰੇ ਅੱਖਾਂ ਨੂੰ ਚੁਭਦੀ ਸੀ। ਵੱਡੀਆਂ ਚੁਸਤ ਪਰ ਇੱਕਦਮ ਚਿੱਟੀਆਂ ਮੁੱਛਾਂ, ਸਾਰਾ ਹੁਲੀਆ ਹੀ ਕਿਸੇ ਉੱਚ ਅਫਸਰ ਦੇ ਖਾਨਸਾਮੇ ਵਰਗਾ ਸੀ। ਬਿਲਾਲ ਨੇ ਟਾਂਗੇ ਤੋਂ ਉਤਰ ਕੇ ਉਹਨਾਂ ਨਾਲ ਰਾਜ਼ਦਾਰਾਨਾ ਸਰਗੋਸ਼ੀ ਆਰੰਭ ਦਿੱਤੀ ਤੇ ਅੰਤ ਜਦੋਂ ਉਹ ਚਲੇ ਗਏ ਤਾਂ ਉਹਨੇ ਦੱਸਿਆ ਕਿ ਉਹ ਸ਼ੇਰ ਅਫਜ਼ਲ ਜ਼ਾਫਰੀ ਸਨ, ਮਗਰਬੀ ਪਾਕਿਸਤਾਨ ਦੇ ਚੋਟੀ ਦੇ ਸ਼ਾਇਰ। ਯਾਰ ਤੂੰ ਹੱਦ ਕੀਤੀ, ਮੇਰਾ ਤਵਾਰਫ ਵੀ ਨਾ ਕਰਾਇਆ। ਡਾਕਟਰ ਨਜ਼ੀਰ ਅਹਿਮਦ ਨੇ ਤਾਂ ਇਹਨਾਂ ਨੂੰ ਮੇਰੇ ਆਉਣ ਦੀ ਪਹਿਲਾਂ ਤੋਂ ਇਤਲਾਹ ਦਿੱਤੀ ਹੋਈ ਸੀ। ਆਹੋ, ਕਾਹਲੇ ਕਿਉਂ ਪੈਂਦੇ ਹੋ? ਬਿਲਾਲ ਨੇ ਫਿਰ ਇੱਕ ਚੰਗੇ ਪ੍ਰਬੰਧਕ ਹੋਣ ਦਾ ਸਬੂਤ ਦਿੰਦਿਆਂ ਕਿਹਾ। ਉਹਨਾਂ ਮੈਨੂੰ ਦੱਸ ਦਿੱਤਾ ਹੈ, ਮਾਫੀ ਮੰਗਦੇ ਸਨ ਪਈ ਪਹਿਲੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਨਹੀਂ ਹੋ ਸਕੇ, ਚਨਿਓਟ ਗਏ ਹੋਏ ਸਨ। ਝੰਗ ਤੋਂ ਜਦੋਂ ਅਸੀਂ ਵਾਪਸ ਆਵਾਂਗੇ ਉਹ ਤੱਕੀ ਸਾਹਿਬ ਦੇ ਘਰ ਸਾਨੂੰ ਉਡੀਕ ਰਹੇ ਹੋਣਗੇ। ਜਿਉਂ-ਜਿਉਂ ਝੰਗ ਸ਼ਹਿਰ ਦੀਆਂ ਟੱਕੀਆਂ ਨੇੜੇ ਆਉਂਦੀਆਂ ਗਈਆਂ, ਮੇਰੇ ਮਨ ਦੀ ਹਾਲਤ ਇੰਜ ਹੁੰਦੀ ਗਈ ਜਿਵੇਂ ਹੁਣ ਤੋਂ ਮੇਰੇ ਉੱਪਰ ਉਹਨਾਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੋਵੇ। ਇੱਕ ਵਾਰੀ ਕਦੇ ਮੈਂ ਦਮੋਦਰ ਦੀ ਹੀਰ ਵੀ ਪੜ੍ਹੀ ਸੀ, ਪਰ ਉਦੋਂ ਪੰਜਾਬੀ ਅਟਕ-ਅਟਕ ਕੇ ਪੜ੍ਹਦਾ ਸਾਂ, ਛੇਤੀ ਥੱਕ ਜਾਂਦਾ। ਖੌਰੇ ਕਿਤਨੇ ਮਹੀਨਿਆਂ ਵਿੱਚ ਮੈਂ ਕਿਤਾਬ ਮੁਕਾਈ ਸੀ। ਮੈਂ ਉਹਨੂੰ ਗੌਲਿਆ ਵੀ ਬਹੁਤ ਨਹੀਂ, ਕਿਉਂਕਿ ਮੇਰੇ ਮਨ ਵਿੱਚ ਵਾਰਿਸ ਸ਼ਾਹ ਦੇ ਹੀ ਸਰਬੋਤਮ ਹੀਰ ਲੇਖਕ ਹੋਣ ਦਾ ਖਿਆਲ ਬੈਠਾ ਹੋਇਆ ਸੀ। ਪਰ ਝੰਗ ਦੇ ਨੇੜੇ ਆ ਕੇ ਝੰਗ ਦੇ ਲੋਕਾਂ ਦੀ ਬੋਲੀ ਸੁਣ ਕੇ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਵਾਰਿਸ ਸ਼ਾਹ ਇੱਥੇ ਬੇਗਾਨਾ ਤੇ ਅਜਨਬੀ ਹੈ। ਵਾਰ-ਵਾਰ ਮੇਰਾ ਧਿਆਨ ਦਮੋਦਰ ਦੀ ਹੀਰ ਵੱਲ ਜਾਂਦਾ ਤੇ ਉਹ ਮੈਨੂੰ ਅਸਲੀ ਤੇ ਵਡਮੁੱਲੀ ਚੀਜ਼ ਜਾਪਦੀ। ਉਸ ਵਿੱਚ ਚਨਿਓਟ ਦਾ ਨਾਂ ਵੀ ਆਇਆ ਸੀ ਅਤੇ ਹੋਰ ਥਾਵਾਂ ਦਾ ਜੋ ਇੱਥੇ ਆਸ-ਪਾਸ ਦੇ ਇਲਾਕੇ ਵਿੱਚ ਹੋਣਗੀਆਂ। ਸਿਆਲ ਤੇ ਖੇੜੇ ਹੁਣ ਵੀ ਮਸ਼ਹੂਰ ਜ਼ਾਤਾਂ ਹਨ ਅਤੇ ਹੋਰ ਵੀ ਕਿਤਨੀਆਂ ਜ਼ਾਤਾਂ ਦਾ ਦਮੋਦਰ ਨੇ ਨਾਂ ਲਿਆ ਹੈ। ਕਿਉਂ ਨਾ ਦਮੋਦਰ ਦੀ ਹੀਰ ਮੈਂ ਆਉਣ ਤੋਂ ਪਹਿਲਾਂ ਇੱਕ ਵਾਰੀ ਹੋਰ ਪੜ੍ਹ ਲਈ। ਉਸ ਦੀ ਮਦਦ ਨਾਲ ਇੱਥੋਂ ਮੈਨੂੰ ਕਿਤਨੇ ਚਿੰਨ੍ਹ ਮਿਲਣੇ ਸਨ। ਹੀਰ ਦੇ ਕਿੱਸੇ ਦਾ ਅਖੀਰਲਾ ਹਿੱਸਾ ਵਾਰਿਸ ਸ਼ਾਹ ਨੇ ਬੜੇ ਫਰਜ਼ੀ ਢੰਗ ਨਾਲ ਬਿਆਨ ਕੀਤਾ ਹੈ, ਪਰ ਦਮੋਦਰ ਦੇ ਬਿਆਨ ਵਿੱਚ ਅਸਲੀਅਤ ਅਤੇ ਸੱਚਾਈ ਕੁੱਟ-ਕੁੱਟ ਕੇ ਭਰੀ ਹੈ। ਉਹਨੇ ਲਿਖਿਆ, ਕਿਵੇਂ ਰੰਗਪੁਰੋਂ ਨੱਠਣ ਤੋਂ ਬਾਅਦ ਹੀਰ ਤੇ ਰਾਂਝੇ ਨੇ ਇੱਕ ਅਜਿਹੇ ਕਬੀਲੇ ਦੀ ਸ਼ਰਨ ਲਈ ਜੋ ਉਹਨਾਂ ਵਾਂਗ ਹੀ ਉੱਚੀ ਜਾਤ ਦੇ ਰਾਠਾਂ ਦਾ ਸੀ
ਕਿਵੇਂ ਪੁਰਾਣੀਆਂ ਰਾਜਪੂਤੀ ਪਰੰਪਰਾਵਾਂ ਅਨੁਸਾਰ ਇੱਕ ਕਬੀਲੇ ਨੇ ਸਿਆਲਾਂ ਨਾਲ ਲੜ ਕੇ ਸ਼ਰਨਾਗਤਾਂ ਦੀ ਰੱਖਿਆ ਕੀਤੀ ਸੀ। ਫਿਰ ਮਾਮਲਾ ਇੱਕ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋਇਆ ਸੀ, ਪਰ ਉਸ ਦੇ ਕਾਜ਼ੀ ਨੇ ਇਨਸਾਫ ਨਾ ਕੀਤਾ ਅਤੇ ਹੀਰ ਮੁੜ ਖੇੜਿਆਂ ਦੇ ਹਵਾਲੇ ਕਰ ਦਿੱਤੀ। ਖੇੜਿਆਂ ਨੇ ਹੀਰ ਦੇ ਗਲ ਤੇ ਲੱਕ ਵਿੱਚ ਰੱਸਾ ਪਾ ਕੇ ਉਹਨੂੰ ਘੋੜੇ ਦੇ ਪਿੱਛੇ ਪਿੱਛੇ ਧੂਇਆ। ਸਾਰਾ ਰਾਹ ਮਾਰ ਮਾਰ ਕੇ ਉਹਦਾ ਬੁਰਾ ਹਾਲ ਕਰਦੇ ਰਹੇ। ਭਲਾ ਉਸ ਰਾਜੇ ਦਾ ਸ਼ਹਿਰ ਕਿਤਨੀ ਦੂਰ ਹੋਵੇਗਾ ਇੱਥੋਂ। ਪਿਛਲੇ ਸਾਲ ਮੈਂ ਕਾਠੀਆਵਾੜ ਦੇ ਪਿੰਡਾਂ ਦਾ ਚੱਕਰ ਲਾਇਆ ਸੀ। ਇਹਨਾਂ ਵਿੱਚੋਂ ਇੱਕ ਭਰਵਾੜੀ ਜ਼ਾਤ ਦੇ ਲੋਕਾਂ ਦਾ ਪਿੰਡ ਸੀ। ਇੱਥੇ ਵੜਦਿਆਂ ਸਾਰ ਮੈਨੂੰ ਜਾਪਿਆ ਸੀ ਜਿਵੇਂ ਪੰਜਾਬ ਹੀ ਆ ਗਿਆ ਹਾਂ। ਹਾਲਾਂਕਿ ਜ਼ਾਹਿਰਾ ਤੌਰ ਤੇ ਇਹ ਲੋਕ ਪੰਜਾਬੀਆਂ ਨਾਲੋਂ ਬਹੁਤ ਵੱਖਰੇ ਹਨ। ਫਿਰ ਇੱਕ ਹੋਰ ਅਜੀਬ ਗੱਲ ਹੋਈ ਸੀ। ਜਦੋਂ ਵੀ ਇਸ ਪਿੰਡ ਦੇ ਲੋਕ ਆਪਸ ਵਿੱਚ ਗੱਲਾਂ ਕਰਦੇ ਤੇ ਮੈਨੂੰ ਉਹਨਾਂ ਦਾ ਭਾਵ ਪੱਲੇ ਪੈ ਜਾਂਦਾ। ਹਾਲਾਂਕਿ ਮੈਂ ਉਹਨਾਂ ਦੀ ਗੁਜਰਾਤੀ ਜ਼ੁਬਾਨ ਤੋਂ ਬਿਲਕੁਲ ਨਾਵਾਕਿਫ ਸਾਂ। ਮੇਰਾ ਗੁਜਰਾਤੀ ਮਿੱਤਰ ਜਿਹੜਾ ਮੈਨੂੰ ਇਹ ਪਿੰਡ ਵਿਖਾਉਣ ਲੈ ਗਿਆ ਸੀ, ਇਹ ਵੇਖ ਕੇ ਹੱਕਾ ਬੱਕਾ ਰਹਿ ਗਿਆ ਕਿ ਸੱਚਮੁੱਚ ਹੀ ਲੋਕਾਂ ਦੀ ਗੱਲਬਾਤ ਦਾ ਮੂਲ ਮੁੱਦਾ ਮੈਂ ਕੱਢ ਲੈਂਦਾ ਹਾਂ। ਉਹਨਾਂ ਦੀ ਬੋਲੀ ਵਿੱਚ ਕੁਝ ਐਸੇ ਲਫ਼ਜ਼ ਆ ਜਾਂਦੇ ਅਤੇ ਉਹਨਾਂ ਦਾ ਢੰਗ ਅਜਿਹਾ ਹੁੰਦਾ ਕਿ ਭਾਸ਼ਾ ਨਾ ਸਮਝਦਿਆਂ ਹੋਇਆਂ ਵੀ ਉਹਨਾਂ ਦੀ ਗੱਲ ਮੇਰੀ ਸਮਝ ਵਿੱਚ ਆ ਜਾਂਦੀ ਅਤੇ ਮੈਨੂੰ ਮਹਿਸੂਸ ਹੁੰਦਾ ਕਿ ਮੇਰੇ ਅੰਦਰੋਂ ਉਹਨਾਂ ਨਾਲ ਕੋਈ ਪੁਰਾਣੀ ਤੇ ਵਿਸਰੀ ਹੋਈ ਸਾਂਝ ਹੈ। ਗੁੱਜਰ ਕੌਮ ਨੇ ਗੁਜਰਾਤ ਵਸਾਇਆ। ਪੰਜਾਬ ਵਿੱਚ ਗੁਜਰਾਤ, ਗੁੱਜਰਾਂਵਾਲਾ, ਗੁੱਜਰ ਖਾਨ ਆਦਿ ਸ਼ਹਿਰ ਵੀ ਇਸੇ ਕੌਮ ਦੇ ਚਿੰਨ੍ਹ ਹਨ। ਪੰਜਾਬ ਵਿੱਚ ਗੁੱਜਰ ਲੋਕ ਪਹਾੜਾਂ ਵਿੱਚ ਹੁਣ ਵੀ ਮਿਲਦੇ ਹਨ। ਇਹਨਾਂ ਦਾ ਕੰਮ ਢੋਰ ਡੰਗਰ ਪਾਲਣਾ ਤੇ ਦੁੱਧ ਮੱਖਣ ਵੇਚਣਾ ਹੈ, ਭਾਵੇਂ ਇਹ ਲੋਕ ਹੁਣ ਮੁਸਲਮਾਨ ਹਨ। ਗੁਜਰਾਤ। ਕਾਠੀਆਵਾੜ ਦੇ ਲੋਕ ਕਹਿੰਦੇ ਹਨ ਕਿ ਜਦੋਂ ਕ੍ਰਿਸ਼ਨ ਮਹਾਰਾਜ ਮਥੁਰਾ ਨਗਰੀ ਛੱਡ ਕੇ ਦਵਾਰਕਾ ਚਲੇ ਆਏ ਤਾਂ ਹਜ਼ਾਰਾਂ ਗੋਪੀਆਂ ਗੋਪਾਲ ਉਹਨਾਂ ਦੇ ਅੰਗ ਸੰਗ ਸਨ, ਕਿਉਂਕਿ ਕਾਂਡ ਬਿਨਾਂ ਸੂਨੇ ਬ੍ਰਿਜ ਵਿੱਚ ਉਹਨਾਂ ਲਈ ਰਹਿਣਾ ਅਸਹਿ ਸੀ। ਅਤੇ ਇਸ ਕਾਰਨ ਅੱਜ ਵੀ ਗੁਜਰਾਤ ਦੇ ਪਿੰਡਾਂ ਦੀਆਂ ਤਕਰੀਬਨ ਸਭਨਾਂ ਆਦਿਵਾਸੀ ਜਾਤੀਆਂ ਦਾ ਪੇਸ਼ਾ ਗੁੱਜਰਾਂ ਵਾਂਗ ਕੇਵਲ ਢੋਰ ਡੰਗਰ ਪਾਲਣਾ ਤੇ ਦੁੱਧ ਮੱਖਣ ਵੇਚਣਾ ਹੈ। ਕਾਠੀਆਵਾੜੀ ਪਿੰਡਾਂ ਵਿੱਚ ਦੋਹੇ ਗਾਣ ਦਾ ਲੋਕਾਂ ਨੂੰ ਬੜਾ ਸ਼ੌਕ ਹੈ, ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਢੋਲੇ ਤੇ ਮਾਹੀਏ ਗਾਣ ਦਾ। ਪਰ ਦੋਹੇ ਗਾਣ ਦਾ ਸ਼ੌਕ ਪੰਜਾਬ ਦੇ ਤੇ ਖਾਸ ਤੌਰ ਤੇ ਝੰਗ ਦੇ ਕਿਸਾਨਾਂ ਨੂੰ ਵੀ ਹੈ। ਇਹ ਗੱਲ ਮੈਨੂੰ ਇੱਥੇ ਆ ਕੇ ਪਤਾ ਲੱਗੀ ਸੀ। ਮੇਰਾ ਇਤਿਹਾਸ ਬਾਰੇ ਗਿਆਨ ਨਫੀ ਦੇ ਬਰਾਬਰ ਹੈ, ਪਰ ਫਿਰ ਵੀ ਮੈਨੂੰ ਪੱਛਮੀ ਪੰਜਾਬ ਦਾ, ਜਿਸ ਨੂੰ ਲਹਿੰਦਾ ਆਖਦੇ ਹਨ, ਇਤਿਹਾਸ ਗੁਜਰਾਤ ਕਾਠੀਆਵਾੜ ਨਾਲ ਬਹੁਤ ਮੇਲ ਖਾਂਦਾ ਪ੍ਰਤੀਤ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਇਹਨਾਂ ਦੋਵਾਂ ਕੌਮਾਂ ਦੀ ਬੋਲੀ ਤੇ ਸੱਭਿਆਚਾਰ ਵਿੱਚ ਖੋਜੀਆਂ ਲਈ ਬੜਾ ਮਾਲ ਦੱਬਿਆ ਪਿਆ ਹੈ। ਪੂਰਬੀ ਪੰਜਾਬ ਇਸ ਲਿਹਾਜ਼ ਨਾਲ ਮੈਨੂੰ ਪੱਛਮੀ ਪੰਜਾਬ ਤੋਂ ਕੁਝ ਵੱਖਰਾ ਵੱਖਰਾ ਦਿਸਦਾ ਹੈ। ਮੈਨੂੰ ਝੰਗ ਦੇ ਇਲਾਕੇ ਵਿੱਚ ਕਈ ਤੀਵੀਆਂ ਐਸੀਆਂ ਦਿਸੀਆਂ ਜਿਨ੍ਹਾਂ ਦਾ ਪਹਿਰਾਵਾ ਹੂਬਹੂ ਕਾਠੀਆਵਾੜਨਾਂ ਵਾਲਾ ਸੀ। ਲਾਲ ਲਾਲ ਰੰਗ ਦੀਆਂ ਸ਼ੀਸ਼ਿਆਂ ਜੜੀਆਂ ਚੋਲੀਆਂ, ਉਹਨਾਂ ਨਾਲ ਮੇਲ ਖਾਂਦੀਆਂ ਚੁੰਨੀਆਂ ਤੇ ਘੱਗਰੇ। ਇੱਥੇ ਇਹਨਾਂ ਨੂੰ ਪਛੜੀਆਂ ਹੋਈਆਂ ਜਾਤਾਂ ਦੇ ਲੋਕ ਆਖਿਆ ਜਾਂਦਾ ਹੈ। ਸਾਊ ਬਰਾਦਰੀ ਤੋਂ ਇਹ ਬਾਹਰ ਗਿਣੇ ਜਾਂਦੇ ਹਨ। ਇੱਥੇ ਇਹਨਾਂ ਦਾ ਪਹਿਰਾਵਾ ਇੱਕ ਵਿਰਲੀ ਅਨੋਖੀ ਚੀਜ਼ ਹੈ, ਪਰ ਕਾਠੀਆਵਾੜ ਵਿੱਚ ਇਹ ਲੋਕਾਂ ਵਿੱਚ ਇੰਜ ਰਲ ਮਿਲ ਜਾਣ ਕਿ ਇਹਨਾਂ ਨੂੰ ਨਿਖੇੜ ਕੇ ਵੇਖਣਾ ਔਖਾ ਹੋ ਜਾਵੇ। ਖੌਰੇ ਕਿਸੇ ਜ਼ਮਾਨੇ ਵਿੱਚ ਇਹਨਾਂ ਦੇ ਕਬੀਲਿਆਂ ਨੇ ਮੁਸਲਮਾਨਾਂ ਦੇ ਲਗਾਤਾਰ ਹਮਲਿਆਂ ਦੀ ਤਾਬ ਨਾ ਸਹਿ ਕੇ ਕਾਠੀਆਵਾੜ ਤੇ ਕੱਛ ਦੇ ਰੇਗਿਸਤਾਨੀ ਇਲਾਕਿਆਂ ਵੱਲ ਨੱਠ ਜਾਣ ਦਾ ਫੈਸਲਾ ਕੀਤਾ ਹੋਵੇਗਾ। ਬਾਕੀ ਚਲੇ ਗਏ, ਕੁਝ ਘਰ ਰਹਿ ਗਏ। ਆਮ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। ਇਹ ਉਹਨਾਂ ਤੋਂ ਅੱਡਰੇ ਹੋ ਗਏ, ਵੱਖ-ਵੱਖ ਰਹਿਣ ਲੱਗ ਪਏ, ਜਰਾਇਮ ਪੇਸ਼ਾ ਕੌਮ ਅਖਵਾਉਣ ਲੱਗ ਪਏ। ਰਾਜਪੂਤੀ ਤਵਾਰੀਖ ਇੱਕ ਅਜੀਬ ਅਣਖੀਲੀ ਤਵਾਰੀਖ ਹੈ। ਪਰਾਰ ਸਾਲ ਜਦੋਂ ਜਸਵੰਤ ਸਿੰਘ ਕੰਵਲ ਨਾਲ ਮੋਗੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਸੈਰ ਮੁਕਾ ਕੇ ਮੋਟਰ ਵਿੱਚ ਵਾਪਸ ਦਿੱਲੀ ਜਾ ਰਿਹਾ ਸਾਂ, ਇੱਕ ਥਾਂ ਸੜਕ ਦੇ ਕੰਢੇ ਇੱਕ ਬੜੇ ਵਿਚਿੱਤਰ ਕਾਰਵਾਨ ਨੇ ਡੇਰਾ ਲਾਇਆ ਹੋਇਆ ਸੀ। ਇਹਨਾਂ ਲੋਕਾਂ ਦੀਆਂ ਬੈਲ ਗੱਡੀਆਂ ਰੱਥਾਂ ਦੀ ਸ਼ਕਲ ਅਤੇ ਅਣਗਿਣਤ ਪਿੱਤਲ ਦੇ ਕੋਕਿਆਂ ਨਾਲ ਸ਼ਿੰਗਾਰੀਆਂ ਹੋਈਆਂ ਸਨ। ਇਹਨਾਂ ਦਾ ਲਿਬਾਸ ਵੀ ਮੈਨੂੰ ਚੋਖਾ ਕਾਠੀਆਵਾੜੀ ਜਾਪਿਆ। ਉਹ ਲਾਲ ਲਾਲ ਸ਼ੀਸ਼ਿਆਂ ਜੜੇ ਜੁੱਬੇ, ਚੋਲੀਆਂ, ਘੱਗਰੇ, ਮਰਦਾਂ ਦੇ ਲੰਮੇ ਪਟੇ, ਬਾਂਕੀਆਂ ਮੁੱਛਾਂ, ਥਾਂ ਥਾਂ ਭੱਠ ਬਾਲ ਕੇ ਇਹ ਲੋਕ ਲੋਹਾ ਪਏ ਕੁੱਟਦੇ ਸਨ। ਮੈਂ ਮੋਟਰ ਰੋਕ ਕੇ ਉਹਨਾਂ ਤੋਂ ਪਿੱਛੇ ਬਿਨਾਂ ਨਾ ਰਹਿ ਸਕਿਆ ਕਿ ਉਹ ਕੌਣ ਹਨ। ਇਹ ਜਾਣ ਕੇ ਬੇਹੱਦ ਹੈਰਾਨੀ ਹੋਈ ਕਿ ਉਹ ਮਹਾਰਾਣਾ ਪ੍ਰਤਾਪ ਸਿੰਘ ਦੇ ਹਮਜ਼ਾਤ ਰਠੌੜ ਸਨ। ਜਦੋਂ ਮਹਾਰਾਣਾ ਪ੍ਰਤਾਪ ਨੇ ਪ੍ਰਣ ਲਿਆ ਕਿ ਚਿਤੌੜ ਫਤਿਹ ਹੋਣ ਤੀਕ ਥਾਲੀ ਵਿੱਚ ਰੋਟੀ ਨਹੀਂ ਖਾਣੀ,
ਮੰਜੇ ਉੱਤੇ ਨਹੀਂ ਸੌਣਾ ਆਦਿ ਤਾਂ ਇਹ ਪਰਨ ਉਹਨਾਂ ਦੇ 250-300 ਸਾਥੀਆਂ ਨੇ ਵੀ ਲਿਆ ਸੀ। ਇਹ ਵਣਜਾਰੇ ਰਠੌੜ ਉਹਨਾਂ ਸੂਰਮਿਆਂ ਦੀ ਹੀ ਸੰਤਾਨ ਸਨ। ਇਹਨਾਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਤੀਕ ਨੇ ਇਹਨਾਂ ਨੂੰ ਸਮਝਾਇਆ ਹੈ ਕਿ ਚਿਤੌੜ ਹੁਣ ਆਜ਼ਾਦ ਹੈ, ਇਹਨਾਂ ਨੂੰ ਮੁੜ ਆਪਣੇ ਦੇਸ਼ ਜਾ ਕੇ ਵਸ ਜਾਣਾ ਚਾਹੀਦਾ ਹੈ। ਪਰ ਇਹ ਲੋਕ ਨਹੀਂ ਮੰਨੇ, ਸਦੀਆਂ ਤੋਂ ਭਟਕ ਰਹੇ ਹਨ। ਭਟਕਣਾ ਹੀ ਹੁਣ ਇਹਨਾਂ ਦੇ ਜੀਵਨ ਦੀ ਪੁਸ਼ਤੈਨੀ ਪਰੰਪਰਾ ਬਣ ਗਈ ਹੈ। ਇਹਨੂੰ ਛੱਡਣਾ ਹੁਣ ਇਹਨਾਂ ਲਈ ਔਖਾ ਹੀ ਨਹੀਂ, ਅਸੰਭਵ ਹੈ। ਅੱਜ ਤੋਂ 2 ਸਾਲ ਪਹਿਲਾਂ ਇੱਕ ਅੰਗਰੇਜ਼ ਲੇਖਕ ਜਾਰਜ ਬਾਰੋ ਨੇ ਇੰਗਲਿਸਤਾਨ ਦੇ ਜਿਪਸੀ ਵਣਜਾਰਿਆਂ ਵਿੱਚ ਰਹਿ ਕੇ ਖੋਜ ਲਾਈ ਸੀ ਕਿ ਇਹ ਲੋਕ ਪਿੱਛੋਂ ਮੁਲਤਾਨ ਦੇ ਇਲਾਕੇ ਦੇ ਹਨ ਅਤੇ ਕਿਸੇ ਕਾਰਨ ਦੇਸ਼ ਤਿਆਗ ਕੇ ਕਈ ਸਦੀਆਂ ਤੋਂ ਦੇਸ਼ ਦੇਸ਼ਾਂਤਰਾਂ ਵਿੱਚ ਭਟਕ ਰਹੇ ਹਨ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਖੋਜ ਕੀਤੀ ਅਤੇ ਹੁਣ ਇਹ ਗੱਲ ਪ੍ਰਵਾਨੀ ਜਾ ਚੁੱਕੀ ਹੈ ਕਿ ਇੰਗਲੈਂਡ, ਸਪੇਨ, ਹੰਗਰੀ, ਅਮਰੀਕਾ, ਰੂਸ ਅਥਵਾ ਅਨੇਕਾਂ ਹੋਰ ਦੇਸ਼ਾਂ ਵਿੱਚ ਫੈਲੇ ਜਿਪਸੀ ਵਣਜਾਰੇ ਦਰਅਸਲ ਉੱਤਰੀ ਭਾਰਤ ਦੇ ਰਾਜਪੂਤ ਲੋਕ ਹੀ ਹਨ। ਇਹ ਲੋਕ ਹਿੰਦੁਸਤਾਨ ਨੂੰ ਬੜਾ ਥਾਂ ਦੇ ਨਾਲ ਯਾਦ ਕਰਦੇ ਹਨ। ਇਹਨਾਂ ਨੂੰ ਕੋਈ ਵੀ ਹਿੰਦੁਸਤਾਨੀ ਮਿਲ ਜਾਏ, ਇਹ ਉਹਨੂੰ ਆਪਣਾ ਵੀਰ ਸਮਝ ਕੇ ਪਿਆਰਦੇ ਹਨ। ਅਜੀਬ ਅਣਖੀਲੇ ਹੋਣਗੇ ਇਹ ਰਾਜਪੂਤ ਲੋਕ। ਇਹਨਾਂ ਦੀ ਖਸ਼ਤਰੀ ਮਰਿਆਦਾ ਮਹਾਭਾਰਤ ਦੇ ਵੇਲਿਆਂ ਵਿੱਚ ਬਣੀ ਸੀ। ਇਹਨੂੰ ਬਦਲਣ ਤੋਂ ਉਹ ਅਸਮਰੱਥ ਸਨ। ਇਸੇ ਲਈ ਮੁਸਲਮਾਨ ਹਮਲਾਵਰਾਂ ਅੱਗੇ ਨਾ ਟਿਕ ਸਕੇ। ਇਸਲਾਮੀ ਹਮਲਿਆਂ ਵੇਲੇ ਤੱਕ ਇਹੋ ਪਰੰਪਰਾਵਾਂ ਇਹਨਾਂ ਦੇ ਪੈਰਾਂ ਦੀ ਬੇੜੀ ਵੀ ਬਣ ਚੁੱਕੀਆਂ ਸਨ। ਹਾਰ ਕੇ ਕਈ ਜਾਤੀਆਂ ਨੇ ਇਸਲਾਮ ਕਬੂਲ ਕਰ ਲਿਆ। ਜਿਹੜੇ ਹਾਰੇ ਹੋਏ ਵੀ ਹਾਰ ਮੰਨਣ ਨੂੰ ਨਹੀਂ ਸਨ ਤਿਆਰ, ਉਹ ਹਿਮਾਲੇ ਪਰਬਤ ਦੇ ਜੰਗਲਾਂ ਵਿੱਚ ਜਾ ਛੁਪੇ, ਰਾਜਸਥਾਨ ਤੇ ਕਾਠੀਆਵਾੜ ਦੇ ਰੇਗਿਸਤਾਨਾਂ ਵੱਲ ਦੌੜ ਪਏ ਅਤੇ ਕਈ ਉੱਕਾ ਹੀ ਦੇਸ਼ ਛੱਡ ਗਏ ਅਤੇ ਰਮਤੇ ਜੋਗੀਆਂ ਵਾਲਾ ਜੀਵਨ ਧਾਰ ਲਿਆ। ਹੁਣ ਉਹਨਾਂ ਨੂੰ ਸੰਸਾਰਿਕ ਪਦਾਰਥਾਂ ਦਾ ਕੋਈ ਮੋਹ ਨਹੀਂ ਸੀ। ਖੁੱਲ੍ਹੇ ਅਸਮਾਨ ਹੀ ਉਹਨਾਂ ਦੀ ਛੱਤ ਤੇ ਸਾਰੀ ਧਰਤੀ ਹੀ ਉਹਨਾਂ ਦਾ ਪਿੰਡ। ਇਹ ਵੈਰਾਗ ਰਾਂਝੇ ਦੇ ਜੋਗੀ ਬਣਨ ਵਾਂਗ ਦੁਖਾਤਕ ਵੀ ਸੀ, ਪਰ ਇਹਦੀ ਤਹਿ ਵਿੱਚ ਉਪਨਿਸ਼ਦ ਦਾ ਫਲਸਫਾ ਵੀ ਸੀ, ਜਿਸ ਦੇ ਅਨੁਸਾਰ ਕੇਵਲ ਸਰੀਰ ਮਰਦਾ ਹੈ, ਆਤਮਾ ਨਹੀਂ ਮਰਦੀ। ਦੁਨੀਆ ਇਸ ਫਲਸਫੇ ਨੂੰ ਨਿਰਾਸ਼ਾਵਾਦੀ ਆਖਦੀ ਹੈ, ਪਰ ਇਸ ਫਲਸਫੇ ਨੇ ਮਹਾਭਾਰਤ ਕਾਲ ਵਿੱਚ ਅਰਜਨ ਅਤੇ ਔਰੰਗਜ਼ੇਬ ਦੇ ਜ਼ਮਾਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਫੜਾਈ ਸੀ ਅਤੇ ਇਸੇ ਫਲਸਫੇ ਨੇ ਮਹਾਤਮਾ ਗਾਂਧੀ ਜਿਹੇ ਨੰਗੇ ਫਕੀਰ ਨੂੰ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਉਖਾੜਨ ਦੇ ਯੋਗ ਬਣਾ ਦਿੱਤਾ ਸੀ। ਹੀਰਨਗਰ ਦੇ ਸਿਆਲ ਵੀ ਇਹਨਾਂ ਰਾਜਪੂਤ ਰਾਠਾਂ ਦੀ ਸੰਤਾਨ ਹਨ। ਟਾਂਗੇ ਵਿੱਚੋਂ ਉਤਰ ਕੇ ਅਸੀਂ ਇੱਕ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਦਾਖਲ ਹੋਏ। ਇਹ ਦਰਵਾਜ਼ਾ ਸ਼ਹਿਰ ਦੀ ਪੁਰਾਣੀ ਫਸੀਲ ਵਿੱਚ ਹੈ, ਜਿਸ ਦੇ ਹੁਣ ਟੁੱਟੇ ਫੁੱਟੇ ਅਸਾਰ ਹੀ ਬਾਕੀ ਰਹਿ ਗਏ ਹਨ। ਅੰਦਰ ਜਾ ਕੇ ਥੋੜ੍ਹੀ ਵਿੱਥ ਉੱਤੇ ਅਸਾਂ ਨਾਥ ਦਾ ਮੰਦਰ ਵੇਖਿਆ, ਜੋ ਹੁਣ ਵੀ ਬੜੀ ਚੰਗੀ ਹਾਲਤ ਵਿੱਚ ਸਲਾਮਤ ਖੜੋਤਾ ਹੈ। ਇਹਨੂੰ ਵੇਖ ਕੇ ਯਕੀਨ ਹੋ ਜਾਂਦਾ ਹੈ ਕਿ ਰਾਂਝੇ ਦਾ ਨਾਥ ਪੰਥੀ ਜੋਗੀਆਂ ਦੀ ਸ਼ਰਨ ਵਿੱਚ ਜਾਣਾ ਜ਼ਰੂਰ ਇਤਿਹਾਸਕ ਘਟਨਾ ਹੋਵੇਗੀ। ਇਸ ਮੰਦਰ ਦੇ ਪਿਛੋਕੜ ਸਿਆਲਾਂ ਦਾ ਪੁਰਾਣਾ ਸ਼ੀਸ਼ ਮਹਿਲ ਹੈ, ਜੋ ਹੁਣ ਢਹਿ ਕੇ ਧਰਤੀ ਨਾਲ ਮਿਲ ਗਿਆ ਹੈ। ਕਿਤੇ ਕਿਤੇ ਕੰਧਾਂ ਹੁਣ ਵੀ ਖੜੀਆਂ ਹਨ। ਬਿਲਾਲ ਤੇ ਜ਼ਫਰ ਸਾਹਿਬ ਨੇ ਮੈਨੂੰ ਇੱਕ ਕੰਧ ਸੁੰਘਣ ਲਈ ਕਿਹਾ। ਪਹਿਲਾਂ ਮੈਂ ਸੋਚਿਆ ਮਜ਼ਾਕ ਕਰ ਰਹੇ ਹਨ, ਪਰ ਜਦੋਂ ਉਹਨਾਂ ਇਸਰਾਰ ਕੀਤਾ ਤਾਂ ਮੈਂ ਕੰਧ ਸੁੰਘੀ। ਉਸ ਵਿੱਚੋਂ ਚੰਦਨ ਦੀ ਮਹਿਕ ਬੜੀ ਸਾਫ਼ ਆ ਰਹੀ ਸੀ। ਉਹਨਾਂ ਦੱਸਿਆ ਕਿ ਮਹਿਲ ਦੀ ਉਸਾਰੀ ਵੇਲੇ ਛੱਤਾਂ, ਦਰਵਾਜ਼ਿਆਂ, ਬਾਰੀਆਂ ਆਦਿ ਲਈ ਕੇਵਲ ਚੰਦਨ ਦੀ ਲੱਕੜ ਵਰਤੀ ਗਈ ਸੀ। ਇਸੇ ਕਾਰਨ ਮਹਿਲ ਦੇ ਖਤਮ ਹੋ ਜਾਣ ਦੇ ਪਿੱਛੇ ਵੀ ਉਸ ਦੇ ਖੰਡਰਾਂ ਵਿੱਚੋਂ ਚੰਦਨ ਦੀ ਵਾਸ਼ਨਾ ਆਉਂਦੀ ਹੈ। ਇਸ ਕੰਧ ਦਾ ਨਾਂ ਹੀ ਚੰਦਨ ਕੰਧ ਹੈ। ਇਸੇ ਵੀਰਾਨ ਹੋਏ ਮਹਿਲ ਦੀ ਜ਼ਮੀਨ ਦੇ ਇੱਕ ਪਾਸੇ ਕਰਕੇ ਸਿਆਲਾਂ ਦੇ ਅਜੋਕੇ ਪ੍ਰਮੁੱਖ ਨਵਾਬ ਬਹਾਦਰ ਖਾਨ ਦੀ ਹਵੇਲੀ ਹੈ। ਬਹੁਤ ਵੱਡੇ ਜ਼ਗੀਰਦਾਰ ਹਨ। ਉਹਨਾਂ ਬੜੇ ਆਦਰ ਨਾਲ ਸਾਡਾ ਸਵਾਗਤ ਕੀਤਾ, ਚਾਹ ਪਿਲਾਈ ਅਤੇ ਸਿਆਲਾਂ ਦਾ ਪੂਰਾ ਇਤਿਹਾਸ ਸੁਣਾਇਆ। ਕਿਵੇਂ ਰਾਜਾ ਭੋਜ ਦੇ ਵੇਲੇ ਸਿਆਲ ਮੁਸਲਮਾਨ ਹੋਏ, ਕਿਵੇਂ ਮਜ਼ਹਬ ਦੀ ਤਬਦੀਲੀ ਦੇ ਬਾਵਜੂਦ ਖਾਨਦਾਨੀ ਰਸਮ ਰਿਵਾਜ ਪੁਸ਼ਤ ਦਰ ਪੁਸ਼ਤ ਚੱਲਦੇ ਆਏ, ਜਿਵੇਂ ਕਿ ਵਿਆਹ ਸ਼ਾਦੀ ਦੇ ਵੇਲੇ ਬ੍ਰਾਹਮਣਾਂ ਪੁਰੋਹਿਤਾਂ ਨੂੰ ਬੁਲਾਣਾ, ਸ਼ਰਨਾਗਤਾਂ ਦੀ ਰੱਖਿਆ, ਅਤਿਥੀ ਸਤਿਕਾਰ ਆਦਿ। ਕਿਵੇਂ ਉਹਨਾਂ ਦਾ ਰਾਜ ਦਸਤੂਰ ਸਿੱਖਾਂ ਦੇ ਵੇਲੇ ਤੀਕ ਬਣਿਆ ਰਿਹਾ, ਕਿਵੇਂ ਖੜਕ ਸਿੰਘ ਨੇ ਹਮਲਾ ਕੀਤਾ, ਕਿਵੇਂ ਨਵਾਬ ਦੇ ਸਰਦਾਰ ਨੇ ਵਿਸ਼ਵਾਸਘਾਤ ਕੀਤਾ ਤੇ ਸਿੱਖਾਂ ਨਾਲ ਰਲ ਗਿਆ, ਕਿਵੇਂ ਤੀਜੇ ਹਮਲੇ ਸਿਆਲਾਂ ਦੀ ਹਾਰ ਹੋ ਗਈ। ਨਵਾਬ ਸਾਹਿਬ ਦਾ ਇੱਕ ਮਜ਼ਾਰਾ ਵੀ ਸਾਡੇ ਵਿੱਚ ਬੈਠਾ ਸੀ। ਉਸਨੇ ਵਿਸ਼ਵਾਸਘਾਤੀ ਸਰਦਾਰ ਬਾਰੇ ਧੁਰੋਂ ਚਲੇ ਆਉਂਦੇ ਨਿੰਦਿਆ ਭਰੇ ਕਵਿਤ ਸੁਣਾਏ।
ਬੜੇ ਵਧੀਆ ਸਨ ਉਹ, ਮੈਂ ਨੋਟ ਕੀਤੇ, ਪਰ ਖੌਰੇ ਕੰਬਖਤੀ ਨਾਲ ਉਹ ਕਾਗਜ਼ ਮੈਥੋਂ ਕਿਤੇ ਗਵਾਚ ਗਿਆ ਹੈ। ਨਵਾਬ ਸਾਹਿਬ ਨੇ ਅੰਤ ਵਿੱਚ ਕਿਹਾ, ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਪੈਸਾ ਵੇਖਦੇ ਨੇ, ਪਹਿਲੋਂ ਖਾਨਦਾਨ ਵੇਖਦੇ ਆਏ ਆ। ਅੱਜ ਕੁੱਤੇ ਦੀ ਨਸਲ ਤਾਂ ਵਿਖੀਂਦੀ ਏ, ਪਰ ਇਨਸਾਨ ਦਾ ਖੂਨ ਨਹੀਂ ਵਿਖੀਂਦਾ। ਅੰਗਰੇਜ਼ ਭਰਤੀਆਂ ਕਰਦੇ ਆਏ, ਖਾਨਦਾਨ ਵੇਖ ਕੇ ਪਈ ਭੀੜ ਪਈ ਤਾਂ ਖਾਨਦਾਨ ਦੀ ਨੱਕ ਨਹੀਂ ਕੱਪਣ ਲੱਗਾ। ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਮਕਾਨ ਹੋਵੇ, ਪੈਸਾ ਹੋਵੇ, ਮੋਟਰ ਹੋਵੇ, ਪਤਲੂਨ ਹੋਵੇ। ਅੱਜ ਸੱਚਮੁੱਚ ਮੇਰਾ ਸ਼ਾਇਰਾਂ ਦੇ ਅੰਗ ਸੰਗ ਹੋਣ ਅਤੇ ਕਲਪਨਾ ਦੇ ਕਵਿਤਾਮਈ ਸਾਗਰ ਵਿੱਚ ਗੋਤੇ ਮਾਰਨ ਦਾ ਦਿਨ ਸੀ। ਨਵਾਬ ਸਾਹਿਬ ਦੀ ਬੈਠਕ ਵਿੱਚ ਹੀ ਝੰਗ ਦੇ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲੇ ਇੱਕ ਅਲਮਸਤ ਨੌਜਵਾਨ ਕਵੀ ਸ਼ਹਾਬ ਅੰਸਾਰੀ ਵੀ ਆ ਬੈਠੇ ਸਨ। ਇਹ ਜੰਮੇ ਝੰਗ ਵਿੱਚ, ਪਲੇ ਅੰਮ੍ਰਿਤਸਰ ਵਿੱਚ, ਮਾਝੀ ਬੋਲੀ ਬੋਲਦੇ ਹਨ, ਗੁਰਮੁਖੀ ਲਿਪੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਚਾਹ ਪੀਣ ਵੇਲੇ ਉਹਨਾਂ ਆਪਣੀ ਇੱਕ ਨਿੱਕੀ ਕਵਿਤਾ ਸੁਣਾਈ, ਜਿਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਇਸ ਕਵੀ ਨੂੰ ਗਲਵਕੜੀ ਪਾ ਕੇ ਆਪਣੇ ਨਾਲ ਬੰਨ੍ਹ ਲਵਾਂ। ਮੈਂ ਮਾਝੇ ਦਾ ਜੱਟ, ਮੇਰੀ ਵੇਖ ਜਵਾਨੀ ਚੰਨਾ, ਜਿੱਧਰ ਜਾਵਾਂ ਪਾ ਦਿਆਂ ਬੰਨਾ, ਡੌਲੇ ਜਿਉਂ ਜੂਲੇ ਦਾ ਕੰਨਾ, ਗੇਲੀਆਂ ਵਰਗੇ ਪੱਟ, ਮੈਂ ਮਾਝੇ ਦਾ ਜੱਟ। ਮੈਂ ਨਹੀਂ ਰੋਂਦਾ ਦੁੱਖੜੇ ਦੱਸ ਕੇ, ਮੈਨੂੰ ਨਹੀਂ ਕੁੜੀਆਂ ਦੇ ਚਸਕੇ, ਲੰਘ ਜਾਵਾਂ ਮਿੱਠਾ ਜਾ ਹੱਸ ਕੇ, ਅੱਖ ਮਲਾਵਾਂ ਘੱਟ, ਮੈਂ ਮਾਝੇ ਦਾ ਜੱਟ। ਜਦ ਕੋਲੋਂ ਲੰਘਾਂ ਆਕੜ ਕੇ, ਜੁੱਤੀ ਚੀਕੇ ਚਾਦਰ ਖੜ ਕੇ, ਕਈ ਮਟਿਆਰਾਂ ਦਿਲ ਨੂੰ ਫੜ ਕੇ, ਗਿਣਦੀਆਂ ਰਹਿ ਜਾਣ ਫੱਟ, ਮੈਂ ਮਾਝੇ ਦਾ ਜੱਟ, ਮੈਂ ਮਾਝੇ ਦਾ ਜੱਟ।